ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਜੀ। ਸੋ ਆਓ ਫਿਰ ਗੱਲਬਾਤ ਕਰੀਏ ਜੀ ਜੌਲ ਸਾਹਿਬ ਦੇ ਨਾਲ ਐਂਡ ਦੀਵਾਲੀ ਕਿਸ ਤਰ੍ਹਾਂ ਦੀ ਮਨਾਈ ਜੌਲ ਸਾਹਿਬ ਨੇ। ਆਓ ਫਿਰ ਪੁੱਛਦੇ ਹਾਂ। ਜੌਲ ਸਾਹਿਬ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਐਂਡ ਹੈਪੀ ਫਰਾਈਡੇ। ਥੈਂਕ ਯੂ ਸੋ ਮਚ ਜੀ, ਬਹੁਤ ਮਿਹਰਬਾਨੀ। ਅਰਸ਼ ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਜੀ। ਦੀਵਾਲੀ ਕੱਲ ਸੀ ਐਂਡ ਸੋਸ਼ਲ ਮੀਡੀਆ ਦੇ ਵਿੱਚ ਤਾਂ ਲੋਕੀ ਭੰਗੜੇ ਪਾ ਰਹੇ ਸੀ ਐਂਡ ਰੇਲ ਹਾਸਨ ਪਲਾਜ਼ੇ ਦੇ ਵਿੱਚ ਤਾਂ ਬਹੁਤ ਧੂਮ ਧਮਾਕੇ ਦੇ ਨਾਲ ਤੇ ਕਹਿੰਦੇ ਪੁਲਿਸ ਵੀ ਆ ਗਈ ਸੀ ਉੱਥੇ। ਦੇਖੋ ਜੀ, ਇਹ ਦੀਵਾਲੀ ਹੁਣ ਹੈ ਹੀ ਖੁਸ਼ੀਆਂ ਦਾ ਤਿਉਹਾਰ ਹੈ, ਰੌਸ਼ਨੀਆਂ ਦਾ ਤਿਉਹਾਰ ਹੈ ਜੀ। ਨੋਇਜ਼ ਦਾ, ਆਵਾਜ਼ ਦਾ, ਹੁਣ ਉਹਦੇ ਵਿੱਚ ਫਿਰ ਪ੍ਰਦੂਸ਼ਣ ਆਪਣੇ ਆਪ ਲਫ਼ਜ਼ ਜੁੜ ਜਾਂਦਾ। ਸੋ ਇਸ ਕਰਕੇ ਜੀ ਵੀ ਇਹ ਜਿਸ ਵੀ ਤਰੀਕੇ ਦੇ ਨਾਲ ਦੀਵਾਲੀ ਦੇ ਜਸ਼ਨ ਆ, ਇਹ ਕੁਛ ਏਜ ਗਰੁੱਪ ਵੀ ਹੁੰਦਾ ਜਿਹਦੇ ਵਿੱਚ ਇਹ ਸਾਨੂੰ ਲਾਈਟਸ ਜਾਂ ਸਾਨੂੰ ਇਹ ਨੋਇਜ਼, ਧੂਮ ਧੜਕਾ ਚੰਗਾ ਲੱਗਦਾ, ਪਾਉਣਾ ਵੀ, ਸੁਣਨਾ ਵੀ, ਹਨਾ। ਸੋ ਜਿਹਦਾ ਇਹ ਪਾਰਟ ਹੈ ਕਿ ਜਾਣੀ ਪਟਾਖੇਬਾਜ਼ੀ ਦਾ ਜਿਹੜਾ ਜੀ ਵੀ ਇਸਤੇਮਾਲ ਆ ਇਹ ਦੀਵਾਲੀ ਦੇ ਮੌਕੇ ਤੇ ਖਾਸ ਤੌਰ ਤੇ ਹੁੰਦਾ ਤੇ ਬਹੁਤ ਸਾਰੀ ਸਿਫਤ ਵੀ ਕੀਤੀ ਜਾਂਦੀ ਵੈਸੇ ਬਰੈਂਪਟਨ ਦੀ ਕਿਉਂਕਿ ਉਹਨਾਂ ਨੇ ਫੈਸਿਲਿਟੀ ਆ ਜਿਹੜੀ ਜੀ ਕਮਿਊਨਿਟੀ ਨੂੰ ਦਿੱਤੀ ਹੋਈ ਆ ਵੀ ਉਹ ਦੀਵਾਲੀ ਤੇ ਧੂਮ ਧੜਕਾ ਮਚਾ ਸਕਣ। ਬਿਲਕੁਲ ਜੀ। ਸੋ ਇੱਕ ਵਾਰੀ ਫਿਰ ਤੋਂ ਅੱਜ ਵਿਸ਼ਵਕਰਮਾ ਡੇ ਹੈ ਜੀ ਜੌਲ ਸਾਹਿਬ। ਸੋ ਅੱਜ ਜਿਹੜੇ ਵੀ ਮਨਾ ਰਹੇ ਨੇ ਉਹਨਾਂ ਨੂੰ ਸ਼ੁਭ ਕਾਮਨਾਵਾਂ। ਸੋ ਆਓ ਫਿਰ ਜੌਲ ਸਾਹਿਬ ਸਟਾਰਟ ਕਰੀਏ ਜੀ ਕੁਛ ਨਿਊਜ਼ ਦੇ ਨਾਲ ਔਰ ਕਾਫੀ ਇੰਟਰਸਟਿੰਗ ਇਹ ਨਿਊਜ਼ ਹੈ। ਪੁਲਿਸ ਚੇਸਿੰਗ ਦੇ ਵਿੱਚ ਹੈਡ ਔਨ ਕੋਲੀਜਨ ਹੋਇਆ, ਇਹਦੀ ਕੀ ਗੱਲ ਹੈ? ਉਹ ਵੀ ਬਰੈਂਪਟਨ ਦੇ ਵਿੱਚ। ਬਰੈਂਪਟਨ ਦੇ ਵਿੱਚ ਵੀ ਜ਼ਬਰਦਸਤ ਤਰੀਕੇ ਦੇ ਨਾਲ ਇਹ ਵੈਸੇ ਕਮਾਲ ਦੀ ਗੱਲ ਹੈ ਵੀ ਡਿਕਸੀ ਤੇ ਸੰਦਲਵੁੱਡ ਏਰੀਆ ਇਹ ਵਾਰਡ 9 ਪੈਂਦਾ ਜੀ ਬਰੈਂਪਟਨ ਦਾ, ਜਿੱਥੇ ਕਿ ਹੁਣ ਅੱਧੀ ਰਾਤ ਤੋਂ ਬਾਅਦ ਇਹ ਰਾਤੀ 3 ਵਜੇ ਦੀ ਜਾਣੀ ਗੱਲ ਆ ਵੀ ਗੱਡੀ ਨੂੰ ਕਿਤੇ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤੇ ਉਹਨਾਂ ਨੇ ਰੁਕਣ ਦੀ ਬਜਾਏ ਗੱਡੀ ਭਜਾ ਲਈ। ਵਿੱਚ ਮੁੰਡਾ ਤੇ ਕੁੜੀ ਸੀਗੇ। ਅੱਛਾ। ਉਹ ਫਿਰ ਜਾਣੀ ਹਫੜਾ ਦਫੜੀ ਪੈ ਜਾਂਦੀ ਆ, ਸੰਭਾਲੀ ਨਹੀਂ ਜਾਂਦੀ ਹੁੰਦੀ ਗੱਡੀ। ਜਦੋਂ ਤੇਜ਼ ਭਜਾ ਲਈ ਹੈ ਤੇ ਪੁਲਿਸ ਨੂੰ ਪਿੱਛੇ ਦੇਖ ਕੇ ਤੇ ਫਿਰ ਗਾਂਹ ਅੱਗੋਂ ਸਾਹਮਣੇ ਤੋਂ ਆ ਰਹੀ ਸਿੱਧੀ ਕਾਰ ਦੇ ਵਿੱਚ ਮਾਰੀ। ਹਾਂਜੀ। ਤੇ ਹੁਣ ਜਾਣੀ ਇਹ ਇੱਕ ਤਾਂ ਮੌਤ ਹੀ ਹੋ ਗਈ ਆ। ਹਾਂਜੀ। ਦੋਨਾਂ ਨੂੰ ਹਸਪੀਟਲ ਲੈ ਕੇ ਗਏ ਸੀਗੇ, ਪਹਿਲਾਂ ਸੀਗਾ ਸ਼ਾਇਦ ਵੀ ਬਚ ਗਏ ਨੇ, ਪਰ ਇੱਕ ਦੀ ਮੌਤ ਹੋ ਗਈ ਆ ਤੇ ਇੱਕ ਜ਼ਖਮੀ ਆ। ਇਹਨਾਂ ਦੋਨਾਂ ਚੋਂ ਹੀ ਜਿਹੜੇ ਇਸੇ ਹੀ ਭੱਜ ਰਹੀ ਕਾਰ ਦੇ ਵਿੱਚ ਸਵਾਰ ਸੀ। ਤੇ ਬਾਕੀ ਇਹ ਹੈ ਕਿਉਂਕਿ ਪੁਲਿਸ ਵੱਲੋਂ ਪਿੱਛਾ ਕੀਤਾ ਜਾ ਰਿਹਾ ਸੀਗਾ ਤੇ ਫਿਰ ਇਹੋ ਜਿਹੇ ਮਾਮਲੇ 'ਚ ਜਿੱਥੇ ਕਿ ਪੁਲਿਸ ਸ਼ਾਮਲ ਹੋਵੇ ਤੇ ਲੋਕ ਜ਼ਖਮੀ ਹੋ ਜਾਣ, ਮੌਤ ਹੋ ਜੇ ਵਗੈਰਾ, ਤੇ ਉਹਦੇ ਵਿੱਚ ਫਿਰ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਆ ਪੁਲਿਸ ਦਾ ਓਨਟਾਰੀਓ ਦੇ ਵਿੱਚ, ਜਿਹੜੇ ਕਿ ਫਿਰ ਉਹ ਇਨਵੈਸਟੀਗੇਸ਼ਨ ਆਪ ਕਰਦੇ ਨੇ। ਉਹਨਾਂ ਵੱਲੋਂ ਹੁਣ ਬਾਕੀ ਸਾਰੀ ਜਿਹੜੀ ਆ ਜੀ ਅਗਲੀ ਪੜਤਾਲ ਕੀਤੀ ਜਾ ਰਹੀ ਆ ਤੇ ਕਾਫੀ ਟ੍ਰੈਫਿਕ ਦੇ ਵਿੱਚ ਵਿਘਨ ਹੈ ਜਿਹੜਾ ਜੀ ਪੀ ਉਸ ਡਿਕਸੀ ਤੇ ਸੰਦਲਵੁੱਡ ਏਰੀਆ ਦੇ ਵਿੱਚ ਦੇਖਿਆ ਵੀ ਗਿਆ ਕਈ ਘੰਟਿਆਂ ਤੱਕ। ਪਰ ਹੁਣ ਇਹ ਹਾਲ ਦੀ ਘੜੀ ਉਹ ਜਿਹੜਾ ਮੁੰਡਾ ਤੇ ਕੁੜੀ ਸੀਗੇ ਕਾਰ ਦੇ ਵਿੱਚ, ਵੀ ਕੁੜੀ ਦੀ ਮੌਤ ਹੋਈ ਆ ਕਿ ਮੁੰਡੇ ਦੀ ਮੌਤ ਹੋਈ ਆ, ਇਹ ਪੁਲਿਸ ਨੇ ਕਨਫਰਮ ਕਰਨਾ। ਪਰ ਇਹ ਦੱਸ ਦਿੱਤਾ ਵੀ ਉਹਨਾਂ ਦੋਨਾਂ ਚੋਂ ਇੱਕ ਹੈ ਨਹੀਂ। ਕਮਿਊਨਿਟੀ ਦੱਸਿਆ ਜੀ ਕਿਹੜੇ ਕਮਿਊਨਿਟੀ ਦੇ ਨੇ ਉਹ? ਦੇਖੋ ਇਹ ਜਦੋਂ ਹਜੇ ਤਾਜੀ ਘਟਨਾ ਵਾਪਰੀ ਹੋਵੇ ਨਾ ਤੇ ਉਹਨਾਂ ਦਾ ਐਕਸਕਿਊਜ਼ ਇਹ ਹੁੰਦਾ ਵੀ ਅਸੀਂ ਅਜੇ ਫੈਮਿਲੀ ਨੂੰ ਦੱਸਣਾ, ਹਨਾ। ਫੈਮਿਲੀ ਨੂੰ ਦੱਸਣ ਤੋਂ ਬਾਅਦ ਉਹਨਾਂ ਦੀ ਆਈਡੈਂਟੀਫਿਕੇਸ਼ਨ ਆ ਜਿਹੜੀ ਜੀ ਉਹ ਰਿਲੀਜ਼ ਕੀਤੀ ਜਾਵੇਗੀ। ਤੇ ਪਿਛਲੇ ਦਿਨਾਂ ਤੋਂ ਵੈਸੇ ਆਪਾਂ ਦੇਖ ਹੀ ਰਹੇ ਹਾਂ ਵੀ ਇਹ ਪੰਜਾਬੀਆਂ ਦੇ ਗੜ੍ਹ ਵਾਲਾ ਭਾਵੇਂ ਇਲਾਕਾ ਆ, ਪਰ ਵੱਖ-ਵੱਖ ਕਮਿਊਨਿਟੀਆਂ ਦੇ ਲੋਕ ਆ ਜਿਹੜੇ ਅਰੈਸਟ ਕੀਤੇ ਜਾ ਰਹੇ ਆ ਤਰ੍ਹਾਂ ਦੇ ਕ੍ਰਾਈਮਸ ਦੇ ਵਿੱਚ। ਬਿਲਕੁਲ ਜੀ। ਸੋ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਐਂਡ ਅਸੀਂ ਤਾਂ ਇਹੀ ਅਰਦਾਸ ਕਰਦੇ ਹਾਂ ਕਿ ਦੁਆ ਕਰਦੇ ਹਾਂ, ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਅਗਰ ਤੁਹਾਨੂੰ ਪੁਲਿਸ ਨੇ ਸਾਇਰਨ ਦੇ ਦਿੱਤੇ ਨੇ ਪਿੱਛੋਂ, ਰੋਕ ਲਿਆ ਕਰੋ ਗੱਡੀ। ਇਟਸ ਨਾਟ ਕਿ ਤੁਹਾਨੂੰ ਕੋਈ ਯੂ ਹੈਵ ਕਮਿਟਡ ਅ ਕ੍ਰਾਈਮ। ਕੁਛ ਲਾਇਸੈਂਸ ਪਲੇਟ ਸਟਿਕਰਸ ਦੇ ਕਰਕੇ ਵੀ ਤੁਸੀਂ ਫੜੇ ਜਾ ਸਕਦੇ ਹੋ ਜਾਂ ਤੁਹਾਡਾ ਕੋਈ you did something wrong, that's why police is stopping you. So please just cooperate with the police and it's very sad news ਜੌਲ ਸਾਹਿਬ। ਇਹ ਤਾਂ ਬਹੁਤ ਹੀ ਦੁਖਨਾ ਖਬਰ ਹੈ ਐਂਡ ਹੋਪਫੁਲੀ ਪਰਿਵਾਰ ਐਂਡ ਦੀ ਅਦਰ ਪਾਰਟੀ ਠੀਕ ਹੈ ਜੀ ਜਿਨ੍ਹਾਂ ਦੇ ਵਿੱਚ ਵੱਜੀ ਗੱਡੀ ਜਾ ਕੇ। ਹਾਂ, ਉਹਨਾਂ ਦੀ ਜਾਨ ਦਾ ਨੁਕਸਾਨ ਨਹੀਂ ਹੋਇਆ ਤੇ ਗੱਡੀ ਦਾ ਤਾਂ ਨੈਚੁਰਲੀ ਚਲੋ ਐਕਸੀਡੈਂਟਸ ਦੇ ਵਿੱਚ ਹੁੰਦਾ ਹੀ ਆ, ਉਹ ਠੀਕ ਆ, ਉਹਦੀ ਭਰਪਾਈ ਹੋ ਸਕਦੀ ਆ। ਪਰ ਹੁਣ ਜਿਹੜੀ ਜਾਨ ਚਲੇਗੀ ਜਾਂ ਦੂਸਰੇ ਦਾ ਕੋਈ ਪਤਾ ਨਹੀਂ, ਆਮ ਤੌਰ ਤੇ ਆਪਾਂ ਦੇਖਦੇ ਹਾਂ ਜੀ ਵੀ ਉਹ ਕਹਿੰਦੇ ਜੀ ਵੀ ਲਾਈਫ ਆਲਟਰਿੰਗ ਇੰਜਰੀਜ਼, ਹਨਾ, ਇਹ ਹੋ ਸਕਦੀਆਂ ਇੰਨੇ ਵੱਡੇ ਐਕਸੀਡੈਂਟ ਦੇ ਵਿੱਚ, ਜ਼ਿੰਦਗੀ ਭਰ ਬੰਦਾ ਮੁੜ ਕੇ ਉੱਠ ਹੀ ਨਾ ਸਕੇ। ਸੋ ਉਸ ਸਭ ਕੁਝ ਨਾਲੋਂ ਤਾਂ ਜੇ ਪੁਲਿਸ ਲੋਕ ਕੇ ਪੁੱਛਗਿੱਛ ਵੀ ਕਰ ਲਵੇ, ਜੋ ਵੀ ਮਤਲਬ ਉਹਦਾ ਕੰਸੀਕੁਐਂਸ ਹੋਵੇ, ਉਹ ਇੰਨਾ ਤਬਾਹਕੁਨ ਤਾਂ ਨਹੀਂ ਨਾ ਹੋਊਗਾ ਜਿੰਨਾ ਇਹ ਹੁਣ ਸਾਹਮਣੇ ਆਇਆ। ਪੁਲਿਸ ਤੋਂ ਜਦੋਂ ਫਲੱਡ ਕਰਨਾ, ਜਦੋਂ ਗੱਡੀ ਭਜਾਉਣੀ ਆ ਜਾਂ ਨੱਸਣਾ ਆ, ਜਾਣੀ ਕਿ ਉਹਦੇ ਵਿੱਚ ਨੁਕਸਾਨ ਵਧਣੇ ਹੀ ਆ। ਬੰਦਾ ਇਹ ਨਾ ਸੋਚੇ ਵੀ ਹਨਾ
ਵੀ ਮੈਂ ਹੁਣ ਬਚ ਕੇ ਨਿਕਲ ਜੂ, ਖਾਸ ਤੌਰ ਤੇ ਜਦੋਂ ਗੱਡੀ ਆ ਹਨਾ ਜੀ। ਤੇ ਤਰ੍ਹਾਂ ਦੇ ਆਪਾਂ ਲੋਕ ਦੇਖਦੇ ਹਾਂ ਜੀ ਵੀ ਇੱਥੇ ਕੈਲੇਟਨ ਦੇ ਵਿੱਚ ਵੀ ਪੁਲਿਸ ਦੇ ਕਈ ਜਿਹੜੇ ਪਰਸੂਟ ਹੁੰਦੇ ਆ, ਉਹਦੇ ਵਿੱਚ ਦੇਰ ਸਵੇਰ ਜਿਹੜੇ ਲੋਕ ਉਹ ਫੜੇ ਜਾਂਦੇ ਨੇ। ਕੁੱਲ ਮਿਲਾ ਕੇ ਇਹ ਹੈ ਜੀ ਪੁਲਿਸ ਨੇ ਕਿਤੇ ਨਾ ਕਿਤੇ ਤਾਂ ਜਾਣੀ ਕਿ ਨਾਪੀ ਲੈਣਾ ਹੁੰਦਾ, ਉਹਦੀ ਬਜਾਏ ਬੰਦਾ ਉੱਥੇ ਮੌਕੇ ਤੇ ਰੁਕ ਜੇ ਜੀ। 905 813 1320 9058131320 ਸਟੀਫਨਸ ਫਰਨੀਚਰ ਦੀਆਂ ਦੋਨੋਂ ਲੋਕੇਸ਼ਨਾਂ ਤੇ ਹਾਲੇ ਵੀ ਦੀਵਾਲੀ ਸੇਲ ਚੱਲ ਰਹੀ ਹੈ ਜੀ। 2575 ਸਟੀਲਸ ਐਵਨਿਊ ਈਸਟ ਇਨ ਬਰੈਂਪਟਨ ਅਤੇ 6 ਮਾਰਕੋਨੀ ਕੋਰਟ ਇਨ ਬੋਲਟਨ। 35,000 ਸਕੁਆਇਰ ਫੀਟ ਦੇ ਵਿੱਚ ਗਰਾਊਂਡ ਫਲੋਰਸ ਇਨ ਡੈਕੋਰ, ਆਪਣੇ ਘਰ ਦੇ ਵਿੱਚ ਹਾਰਡਵੁੱਡ, ਲੈਮੀਨੇਟ, ਬੈਕ ਸਪਲੈਸ਼, ਟਾਇਲਸ, ਤੁਸੀਂ ਟੱਬ ਲੈਣਾ ਚਾਹੁੰਦੇ ਹੋ ਜੀ ਆਪਣੇ ਘਰਾਂ ਦੇ ਵਾਸਤੇ, ਨਵੇਂ ਰੈਨੋਵੇਸ਼ਨ ਕਰ ਰਹੇ ਹੋ ਤਾਂ 120 ਅਦਰਫੋਰਡ ਰੋਡ ਸਾਊਥ ਅਤੇ 2657 ਡੰਡਾ ਸਟਰੀਟ, 35,000 ਸਕੁਆਇਰ ਫੀਟ ਦਾ ਗਰਾਊਂਡ ਫਲੋਰਸ ਇਨ ਡੈਕੋਰ। 9058280555। ਜੌਲ ਸਾਹਿਬ, ਅਗਲੀ ਖਬਰ ਵੀ ਕਾਫੀ ਸੈਡ ਹੈ ਜੀ, ਐਂਡ 75 ਮਰਡਰਸ ਐਂਡ 49 ਰੋਡ accidents ਕਹਿ ਲਓ in Toronto this year। ਹਾਂ, ਐਕਸੀਡੈਂਟਸ ਤਾਂ ਬਹੁਤ ਹੋਏ ਹੋਣਗੇ, ਪਰ 49 ਤਾਂ ਬੰਦਿਆਂ ਦੀ ਮੌਤ ਹੀ ਹੋ ਗਈ ਨਾ। ਤੇ ਹੁਣ ਇਹ ਦੇਖੋ ਵੀ ਆ ਜਿਹੜਾ ਸਾਲ ਆਪਾਂ 2021 ਜਾਂ ਜਿਹੜਾ ਵੀ ਜਾਂਦਾ ਹੋਵੇ ਉਹਦੀ ਗੱਲ ਕਰਦੇ ਹੁੰਦੇ ਆ ਵੀ ਕਿੰਨੇ ਬੀਤ ਗਏ ਤੇ ਕਿੰਨੇ ਬਾਕੀ ਰਹਿ ਗਏ। ਅੱਜ ਮਤਲਬ ਕਿ 309ਵਾਂ ਦਿਨ ਹੈ ਤੇ 56 ਅਜੇ ਹੋਰ ਬਾਕੀ ਆ ਇਸ ਸਾਲ ਦੇ ਵਿੱਚ ਦਿਨ ਜਿਹੜੇ ਰਹਿੰਦੇ ਆ। ਤੇ ਕੁੱਲ ਮਿਲਾ ਕੇ ਹੁਣ ਦੇਖੋ ਵੀ 310ਵਾਂ ਦਿਨ ਕੱਲ ਨੂੰ ਆ ਤੇ ਕੱਲ ਨੂੰ ਰਾਤ ਨੂੰ ਹੀ ਫਿਰ ਟਾਈਮ ਹੈ ਜਿਹੜਾ ਉਹ ਬਦਲੇਗਾ, 311 ਤਾਂ ਐਂਟਰ ਹੋਵਾਂਗੇ। ਪਰ ਕੁੱਲ ਮਿਲਾ ਕੇ ਇਹ ਆ ਜੀ ਵੀ ਹੁਣ ਤੱਕ ਇਹ ਟੋਰੋਂਟੋ ਸਿਟੀ ਦੇ ਵਿੱਚ ਹੀ ਤਰ੍ਹਾਂ ਦੀਆਂ ਜਿਹੜੀਆਂ ਇਹ ਵਾਇਲੈਂਟ ਇਨਸੀਡੈਂਟਸ ਦੇ ਵਿੱਚ 75 ਜਿਹੜੇ ਨੇ ਹੈ ਜੀ 75। ਤੇ ਇਹ ਡਰ ਪੈਦਾ ਕਿਤੇ ਨਾ ਕਿਤੇ ਜਾਣੀ ਸ਼ੰਕਾ ਹੈਗਾ ਆ ਵੀ ਗਾਂਹ ਜਾ ਕੇ ਕਿਤੇ ਇਹ 85 ਤੋਂ ਨਾ ਵੱਧ ਜਾਣ। ਅਜੇ 56 ਦਿਨ ਬਾਕੀ ਪੈ ਗਿਆ ਤੇ ਵੀ ਜਿਹੜਾ 2007 ਦਾ ਉਹ ਰੈਕਡ ਆ ਉਹ ਕਿਤੇ ਬ੍ਰੇਕ ਨਾ ਹੋ ਜੇ। ਇਸ ਸਾਲ ਇੱਕ ਪਾਸੇ ਕੋਵਿਡ ਸੀਗਾ ਪਰ ਇਹਦੇ ਨਾਲ ਹੀ ਜਾਣੀ ਕਿ ਜਿਹੜੇ ਤੋਂ ਵੱਖ-ਵੱਖ ਮੌਕਿਆਂ ਤੇ ਵਾਪਰੇ ਆ ਰੋਡ ਕੋਲੀਜਨਸ, ਟੱਕਰਾਂ ਹੋਈਆਂ। ਇਹਦੇ ਵਿੱਚ ਹੁਣ ਐਕਸੀਡੈਂਟ ਕਿੰਨੇ ਸੀਗੇ ਤੇ ਬੇਧਿਆਨੀ ਕਰਕੇ ਟੱਕਰਾਂ ਕਿੰਨੀਆਂ ਸੀਗੀਆਂ। ਅਸੀਂ ਹਰ ਟੱਕਰ ਨੂੰ ਕਹਿ ਤੇ ਐਕਸੀਡੈਂਟ ਦਿੰਦੇ ਹਾਂ, ਪਰ ਉਹ ਐਕਸੀਡੈਂਟ ਹੁੰਦਾ ਨਹੀਂ। ਐਕਸੀਡੈਂਟ ਉਹ ਆ ਜਿਹਨੂੰ ਬਚਾਇਆ ਨਾ ਜਾ ਸਕੇ, ਜਿਹਨੂੰ ਰੋਕਿਆ ਨਾ ਜਾ ਸਕੇ। ਪਰ ਜਿਹੜਾ ਬੇਧਿਆਨੀਆਂ ਕਰਕੇ, ਡਰਾਈਵਰਾਂ ਦੀਆਂ ਗਲਤੀਆਂ ਕਰਕੇ, ਡਰਿੰਕ ਡਰਾਈਵ ਜਾਂ ਅਦਰਵਾਈਜ਼ ਜੋ ਵੀ ਜਾਣੀ ਕਿ ਆਪਾਂ ਰੂਲਸ ਫੋਲੋ ਨਹੀਂ ਕਰ ਰਹੇ, ਉਹਦੇ ਕਰਕੇ ਵਾਪਰੀ ਹੋਈ ਜਿਹੜੀ ਦੁਰਘਟਨਾ ਆ ਵੀ ਜਾਣੀ ਉਹ ਐਕਸੀਡੈਂਟ ਨਹੀਂ ਆ, ਉਹ ਕੋਲੀਜਨ ਨਾਲ ਟੱਕਰ ਹੈ। ਸੋ ਉਹਦੇ ਵਿੱਚ ਹੁਣ ਤੱਕ ਇਹ ਕਿਹਾ ਜਾ ਰਿਹਾ ਵੀ 49 ਲੋਕਾਂ ਦੀਆਂ ਜਾਨਾਂ ਗਈਆਂ ਟੋਰਾਂਟੋ ਦੀਆਂ ਸੜਕਾਂ ਦੇ ਉੱਤੇ, ਜਿਹਦੇ ਵਿੱਚ ਕਿ 21 ਰਾਹਗੀਰ ਲੋਕ ਜਿਹੜੇ ਸੜਕਾਂ ਪਾਰ ਕਰ ਰਹੇ ਸੀ, ਪੈਡੈਸਟਰੀਅਨਸ ਹਨਾ। ਸੋ ਇਹ ਜਿਹੜੇ ਰਾਹਗੀਰ ਆ ਜਾਣੀ ਕਿ ਉਹਨਾਂ ਦੀ ਜਾਨ ਦਾ ਵੀ ਬੜਾ ਖਤਰਾ ਜੀ। ਲਗਭਗ ਜਾਣੀ ਕਿ ਅੱਧੀਆਂ ਮੌਤਾਂ ਰਾਹਗੀਰਾਂ ਦੀਆਂ ਆ ਇਹ ਟੋਰਾਂਟੋ ਦੀ ਸੜਕਾਂ ਤੇ ਜਿਹੜੀਆਂ ਇਸ ਸਾਲ ਦੇ ਵਿੱਚ ਹੋ ਚੁੱਕੀਆਂ ਆ ਜੀ। ਇਸੇ ਕਰਕੇ ਯਾਰ ਹੁਣ ਪੁਲਿਸ ਵੱਲੋਂ ਅੱਜ ਹੀ ਲੋਕਾਂ ਨੂੰ ਐਜੂਕੇਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਵੀ ਕੱਲ ਨੂੰ ਟਾਈਮ ਬਦਲਣਾ ਟਾਈਮ ਬਦਲਣਾ ਕੱਲ ਨੂੰ ਤੇ ਕੀ ਹੋਣਾ ਵੀ ਜਿਹੜਾ ਰਾਤ ਆ ਉਹ ਜਲਦੀ ਪੈ ਜਾਣੀ ਆ। ਤੇ ਜੇ ਹੁਣ ਜੇ ਸ਼ਾਮ ਨੂੰ ਜਾਣੀ ਕਿ 6 ਵਜੇ ਸੂਰਜ ਡੁੱਬਦਾ ਆ ਤੇ ਉਹ ਫਿਰ ਜਾਣੀ ਕਿ ਐਤਵਾਰ ਨੂੰ 5 ਵਜੇ ਡੁੱਬ ਜਾਣਾ, ਪਰਸੋਂ ਨੂੰ 1 ਘੰਟਾ ਪਹਿਲਾਂ ਹਨੇਰਾ ਹੋਣਾ ਸ਼ੁਰੂ ਹੋ ਜਾਣਾ। ਏਦਾਂ ਹੀ ਫਿਰ ਜੇ ਸਵੇਰ ਨੂੰ ਹੁਣ 8 ਵਜੇ ਸੂਰਜ ਨਿਕਲਦਾ ਤੇ ਐਤਵਾਰ ਨੂੰ ਦੇਖੋਗੇ ਵੀ ਉਹ 7 ਵਜੇ ਨਿਕਲ ਆਉਣਾ ਆ। ਬਿਲਕੁਲ ਜਾਣੀ ਕਿ ਰਾਤ ਜਲਦੀ ਪੈ ਜਾਣੀ ਆ ਤੇ ਦਿਨ ਜਿਹੜਾ ਉਹ ਜਲਦੀ ਨਿਕਲ ਆਉਣਾ। ਸੋ ਲੇਕਿਨ ਕਿ ਵੀ ਸੜਕਾਂ ਤੇ ਕਿ ਰਾਤ ਜਲਦੀ ਪੈਣ ਕਰਕੇ ਲੋਕਾਂ ਨੂੰ ਸਾਵਧਾਨ, ਗੱਡੀਆਂ ਵਾਲਿਆਂ ਨੂੰ ਵੀ ਪੁਲਿਸ ਵੱਲੋਂ ਚਲੋ ਆਪਣਾ ਅਲਰਟ ਕਰਦੇ ਰਹਿੰਦੇ ਨੇ ਜਿੰਨਾ ਕੁ ਕਰ ਸਕਣ। ਪਰ ਲੇਕਿਨ ਕਿ ਥੋੜਾ ਜਿਹਾ ਸਾਵਧਾਨੀ ਹਟੀ ਤੇ ਦੁਰਘਟਨਾ ਘਟੀ, ਜੇ ਇਹ ਚੀਜ਼ ਰੋਕਣੀ ਆ ਤੇ ਫਿਰ ਜ਼ਰੂਰ ਸੜਕਾਂ ਤੇ ਅਲਰਟ ਰਹਿਣਾ ਹੋਏਗਾ ਜੀ। ਜੋਸਫ, ਅੱਜ ਰਾਤ ਨੂੰ 2 ਵਜੇ ਹੋਣਾ ਕਿ ਕੱਲ ਨੂੰ ਰਾਤ ਨੂੰ 2 ਵਜੇ ਹੋਣਾ? ਸ਼ਨੀਚਰਵਾਰ ਦੀ ਰਾਤ ਨੂੰ। ਸ਼ਨੀਚਰਵਾਰ ਕੱਲ ਨੂੰ ਰਾਤ ਨੂੰ, ਕੱਲ ਨੂੰ ਸਵੇਰ ਨੂੰ ਯੂ ਮੀਨ? ਯੈਸ, ਮਤਲਬ 2 ਦੇਖੋ 7 ਦੀ ਸਵੇਰ ਨਹੀਂ ਜੀ, 6 ਦੀ ਰਾਤ ਤੇ 7 ਦੀ ਸਵੇਰ, ਬਿਲਕੁਲ ਠੀਕ ਹੈ। ਹਾਂ 6 ਦੀ ਰਾਤ 7 ਦੀ ਸਵੇਰ, ਬਿਲਕੁਲ। 309ਵਾਂ ਅੱਜ ਦਿਨ ਆ, 310ਵੇਂ ਦਿਨ ਤੇ 311ਵੇਂ ਚ ਟਾਈਮ ਬਦਲੇ ਹੋਏ ਹਾਲਾਤ ਆਪਾਂ ਐਂਟਰ ਹੋਵਾਂਗੇ। 1 ਘੰਟਾ ਹੋਰ ਨੀਂਦ ਮਿਲ ਜੂਗੀ ਸਾਨੂੰ। ਪਰ ਉਹ ਸਿਸਟਮ ਇਹ ਹੈ ਜੀ ਵੀ ਰਾਤ ਨੂੰ 2 ਵਜੇ ਤੇ 1 ਵਜਾ ਲਓ, ਪਰ ਭੈਣ ਭਰਾ ਤੇ ਰਾਤ ਨੂੰ ਹੀ ਤੁਹਾਨੂੰ ਪਤਾ ਸੌਣ ਤੋਂ ਪਹਿਲਾਂ ਹੀ ਵਜਾ ਲੈਂਦੇ ਨੇ। ਜੀ ਆਟੋਮੈਟਿਕ ਵਾਚਿਸ ਨੇ, ਆਟੋਮੈਟਿਕ ਟਾਈਮਸ ਨੇ, ਆਪਣੇ ਆਪ ਹੀ ਪਿੱਛੇ ਚੱਲ ਜਾਂਦੀ ਹੈ ਡੇ ਲਾਈਟ ਸੇਵਿੰਗ ਵਾਸਤੇ। ਸੋ ਥੈਂਕ ਯੂ ਸੋ ਮਚ ਜੌਲ ਸਾਹਿਬ, ਇਹ ਬਹੁਤ ਮੈਨੂੰ ਯਾਦ ਕਰਾਤਾ ਇਸ ਚੀਜ਼ ਨੂੰ। ਯਾਰ ਤੁਸੀਂ ਪ੍ਰੋਗਰਾਮ ਸ਼ੁਰੂ ਕਰਨਾ। ਆਈ ਨੋ ਆਲਰਾਈਟ। ਲੈਂਦਨ ਜੀ ਪਹਿਲੀ ਕਾਲ ਆਨ ਦੀ 에ਅਰ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ।
ਹੈਲੋ ਗੁੱਡ ਮਾਰਨਿੰਗ ਅਰਸ਼ ਭਾਈ ਜੀ, ਸਤਪਾਲ ਜੌਲ ਜੀ ਨੂੰ ਸਤਿ ਸ੍ਰੀ ਅਕਾਲ, ਹੈਪੀ ਫਰਾਈਡੇ। ਹੈਪੀ ਫਰਾਈਡੇ ਕਾਲਾ ਕਮਿਆਣੀ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਬਹੁਤ ਵਧੀਆ ਖਬਰਾਂ ਬਾਈ ਜੀ, ਸਤਪਾਲ ਜੌਲ ਪੜ੍ਹਦੇ ਸ਼ਾਬਾਸ਼ ਜੀ। ਇਹਨਾਂ ਦੇ ਪਾਸ ਐਕਸੀਡੈਂਟ ਹੋਏ ਜੀ, ਇਹ ਸਾਡੇ ਘਰਾਂ ਦੇ ਕੋਲੇ ਹੈ ਹੋਇਆ, ਬਹੁਤ ਮਾੜੀ ਗੱਲ ਹੋਈ ਜੀ। ਪਰ ਸਤਪਾਲ ਜੌਲ ਜੀ ਬਹੁਤ ਸੋਹਣਾ ਸਾਰ ਨਾਲ ਪੰਜਾਬੀ ਦੇ ਵਿੱਚ ਖਬਰਾਂ ਲਿਖਦੇ ਆ, ਤੇ ਇਹ ਥੋੜਾ ਜਿਹਾ ਜੀ ਛੋਟੀਆਂ ਗੱਡੀਆਂ ਵਾਲਿਆਂ ਨੂੰ, ਵੱਡੀਆਂ ਗੱਡੀਆਂ ਵਾਲਿਆਂ ਨੂੰ ਵੀ ਪੂਰਾ ਨਾ ਥੋੜਾ ਜਿਹਾ ਧਿਆਨ ਨਾਲ ਚੱਲਣਾ ਚਾਹੀਦਾ। ਜ਼ਰੂਰ ਲੈਣ, ਕੋਈ ਚੱਕਰ ਨਹੀਂ। ਪੈਟਰੋਲ ਮਹਿੰਗਾ ਹੋ ਗਿਆ ਤੇ ਬੈਟਰੀਆਂ ਦੀ ਵੀ ਜ਼ਰੂਰ ਵਰਤੋਂ ਕਰਨ, ਬੈਟਰੀਆਂ ਦੀ ਵੀ ਸੇਲ ਵਧਣੀ ਚਾਹੀਦੀ ਹੈ। ਤੇ ਧਿਆਨ ਨਾਲ ਛੋਟੇ ਬੰਦਿਆਂ, ਵੱਡੀਆਂ ਗੱਡੀਆਂ ਵਾਲੇ ਛੋਟੇ ਬੰਦਿਆਂ ਦਾ, ਛੋਟੇ ਸਾਰੇ ਇੱਥੇ ਪਰਿਵਾਰਾਂ ਦਾ ਖਿਆਲ ਰੱਖ ਕੇ ਚੱਲਣਾ ਚਾਹੀਦਾ ਜੀ। ਥੈਂਕ ਯੂ ਸੋ ਮਚ, ਥੈਂਕ ਯੂ ਜੀ ਕਾਲਾ ਕਮਿਆਣੀ, ਥੈਂਕ ਯੂ ਸੋ ਮਚ ਜੀ। ਜੌਲ ਸਾਹਿਬ, ਪੰਜਾਬ ਦੇ ਵਿੱਚ ਕਹਿੰਦੇ ਕਿ ਕੋਵਿਡ ਵੇਲੇ ਤਾਂ ਨਾ, ਜਦੋਂ ਮੈਂ ਪੰਜਾਬ ਦੇ ਵਿੱਚ ਸੀ, ਐਨ ਜਿੱਦਾਂ ਬੱਦਲ, ਬਲੂ ਬੱਦਲ ਪਹਿਲੀ ਵਾਰ ਮੈਂ ਦੇਖੇ, ਬਲੂ, ਨਿਰੇ ਬਲੂ, ਐਨ ਸਾਰਾ ਸਾਫ 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 ਦਿਸਦਾ ਪਿਆ ਸੀ ਪੰਜਾਬ। ਹੁਣ ਕਹਿੰਦੇ ਏਅਰ ਕੁਆਲਿਟੀ ਖਰਾਬ ਹੋ ਗਈ ਉੱਥੇ, ਫਿਰ ਉਸ ਤੋਂ ਫਿਰ ਉਹੀ ਕੰਮ ਸ਼ੁਰੂ ਹੋ ਗਿਆ। ਪਰਸੋਂ ਹੁਣ ਜਦੋਂ ਉਹ ਕੋਵਿਡ ਦੇ ਸਮੇਂ ਤੁਸੀਂ ਯਾਦ ਕਰਦੇ ਆ ਨਾ ਵੀ ਇਹ ਰੀਸਟਾਰਟ ਕੀਤਾ ਸੀ ਸਿਸਟਮ ਕੁਦਰਤ ਨੇ, ਲੋਕਾਂ ਦੇ ਕਿੱਥੋਂ ਬੰਦਿਆਂ ਨੇ ਕਰਨਾ ਸੀ। ਉਹ ਕੈਨੇਡਾ ਦੇ ਤਾਂ ਪੰਜਾਬ ਦੇ ਸਕਾਈ 'ਚ ਕੋਈ ਫਰਕ ਨਹੀਂ ਸੀ ਰਹਿ ਗਿਆ, ਹਨਾ। ਇੱਥੇ ਵੀ ਬਲੂ ਸਕਾਈ ਨੀਲਾ, ਉੱਥੇ ਵੀ ਬਲੂ ਸਕਾਈ ਨੀਲਾ, ਨਹੀਂ ਤੇ ਅਦਰਵਾਈਜ਼ ਅੱਜ ਜਾ ਕੇ ਉੱਥੇ ਦੇਖੋ ਕਿ ਕਿੱਦਾਂ ਧੁੰਦਲਾ ਮਾਰ ਕਿਤੇ, ਮਤਲਬ 3 ਵਜੇ ਹੀ ਰਾਤ ਪੈਣੀ ਸ਼ੁਰੂ ਹੋ ਜਾਂਦੀ ਆ, ਸੂਰਜ ਦੀ ਮੱਤ ਜੀ ਮਾਰੀ ਰਹਿੰਦੀ ਆ, ਕਿ ਉਹ ਨਜ਼ਰ ਹੀ ਨਹੀਂ ਸਾਫ਼ ਤਰੀਕੇ ਨਾਲ ਆਉਂਦਾ। ਰਾਈਟ। ਹੁਣ ਲੇਕਿਨ ਕਿ ਦੀਵਾਲੀ ਲੰਘ ਕੇ ਗਈ ਆ ਤੇ ਅਗਲੇ ਦਿਨ ਇੱਕ ਵੱਢ ਨੂੰ ਅੱਗ ਲਾ ਕੇ ਤੇ ਅੱਗੇ ਮੱਤ ਮਾਰੀ ਹੋਈ ਆ ਨਾ ਹਵਾ ਦੀ। ਮਜਬੂਰੀਆਂ ਚਲੋ ਆਪਾਂ ਗਣਾਉਣੇ ਆ, ਪਰ ਲੱਗ ਇਹ ਰਿਹਾ ਕਿ ਜਾਣੀ ਦਿੱਲੀ ਦੇ ਵਿੱਚ ਤਾਂ ਚਲੋ ਗੱਲ ਛੱਡੋ, ਉੱਥੇ ਵੀ ਵੈਸੇ ਜਿਹੜੀ ਆ ਹਵਾ ਦੀ ਕਾਫੀ ਮੱਤ ਮਾਰੀ ਆ ਤੇ ਲੋਕਾਂ ਨੂੰ ਐਡਵਾਈਜ਼ ਕੀਤਾ ਗਿਆ ਵੀ ਜੇ ਨਹੀਂ ਲੋੜ ਘਰੋਂ ਨਿਕਲਣ ਦੀ ਤਾਂ ਨਾ ਨਿਕਲਿਆ ਜਾਵੇ। ਪਰ ਇਹ ਪੰਜਾਬ ਵਿੱਚ ਵੀ ਦੀਵਾਲੀ ਦੇ ਪਟਾਕਿਆਂ ਤੇ ਖੇਤਾਂ ਦੇ ਵਿੱਚ ਵੱਢਾਂ ਨੂੰ ਅੱਗ ਲਾਉਣ ਦੇ ਨਾਲ ਆਪਣੀ ਹਵਾ ਦਾ ਲੋਕਾਂ ਦੇ ਵੱਲੋਂ ਆਪ ਹੀ ਜੋ ਸਤਿਆਨਾਸ਼ ਕੀਤਾ ਗਿਆ। ਹੁਣ ਨੁਕਸ ਚਲੋ ਸਰਕਾਰਾਂ ਦੇ ਕੱਢ ਲਓ, ਮਜਬੂਰੀਆਂ ਗਿਣਾ ਲਓ, ਪਰ ਹੁਣ ਦੇਖਣ ਵਾਲੀ ਗੱਲ ਹੈ ਵੀ ਉਹ ਸਾਹ ਦੇ ਹਵਾ ਦੇ ਵਿੱਚ ਸਾਹ ਤੇ ਲੋਕਾਂ ਨੇ ਆਪ ਹੀ ਲੈਣਾ, ਜਿਹਨੂੰ ਬਿਲਕੁਲ ਬਿਲਕੁਲ ਯੈਸ ਯੈਸ ਯੈਸ। ਹੁਣ ਕਿਹੜੀ ਸਰਕਾਰ ਹੈ ਜਿਹੜੀ ਹਵਾ ਗੰਦੀ ਕਰ ਰਹੀ ਹੈ, ਉਹਨਾਂ ਦੇ ਘਰਾਂ ਚ ਆਪਾਂ ਕਹਿੰਦੇ ਆ ਵੀ ਸਾਡਾ ਕਸੂਰ ਨਾ ਕੱਢੋ, ਪਰ ਜਿੰਨਾ ਚਿਰ ਕੱਢੋਗੇ ਨਹੀਂ ਹੋਏਗਾ ਸਾਰਾ ਮਾਹੌਲ ਠੀਕ। ਸਰਕਾਰਾਂ ਦੇ ਵੀ ਕੱਢ ਲੈਣੇ ਚਾਹੀਦੇ, ਉਹ ਮਾੜੇ ਨੇ, ਨਹੀਂ ਚੰਗੇ, ਆਪਾਂ ਚੁਣਦੇ ਵੀ ਉਹਨਾਂ ਨੂੰ ਆਪਾਂ ਹੀ ਆ, ਸਭ ਕੁਛ ਆ। ਪਰ ਆਹ ਹੁਣ ਦੀਵਾਲੀ ਦੇ ਪਟਾਕਿਆਂ ਦੇ ਨਾਲ ਤੇ ਖੇਤਾਂ ਦੇ ਵਿੱਚ ਵੱਢਾਂ ਨੂੰ ਅੱਗ ਲਾ ਕੇ ਉੱਥੇ ਲੋਕਾਂ ਨੇ ਜੋ ਆਪਣੀ ਹਵਾ ਦਾ ਸਤਿਆਨਾਸ਼ ਆਪੇ ਹੀ ਕੀਤਾ ਜੀ। ਤੇ ਅੱਜ ਕਹਿੰਦੇ ਜੀ ਹੁਣ ਅੱਖਾਂ 'ਚ ਰੜਕ ਪੈ ਰਹੀ ਆ, ਬਾਹਰ ਜਾਈਏ ਤਾਂ ਸਾਹ ਲੈਣਾ ਬਹੁਤ ਔਖਾ ਹੋ ਗਿਆ ਜੀ। ਮਤਲਬ ਫੇਫੜੇ ਗਲਣ ਵਾਲੀਆਂ ਬਿਮਾਰੀਆਂ ਜਿਹੜੀਆਂ ਸਹੇੜੀਆਂ ਜਾ ਰਹੀਆਂ ਏਦਾਂ ਦੇ ਕੰਮਾਂ ਦੇ ਨਾਲ, ਉਹਦੇ ਵਿੱਚ ਕੰਟਰੀਬਿਊਟ ਕੀਤਾ ਜਾ ਸਕਦਾ ਬਚ ਕੇ ਇਹਨਾਂ ਤੋਂ। ਸਰਕਾਰਾਂ ਜਿੰਨਾ ਚਿਰ ਨਹੀਂ ਕੁਛ ਕਰਦੀਆਂ ਦਾ ਮਤਲਬ ਇਹ ਨਹੀਂ ਗਾ ਵੀ ਅਸੀਂ ਆਪਣਾ ਹਵਾ ਪਾਣੀ ਆਪੇ ਹੀ ਉਹਦਾ ਸਤਿਆਨਾਸ਼ ਕਰਕੇ ਆਪਣਾ ਜੀ ਲਾਓ। ਹਾਲ ਦੀ ਘੜੀ ਇਹ ਅਫੀਸ਼ੀਅਲ ਹੈ, ਪੰਜਾਬ ਸਰਕਾਰ ਦੇ ਹੈਲਥ ਡਿਪਾਰਟਮੈਂਟ ਦੇ ਵੱਲੋਂ ਲੋਕਾਂ ਨੂੰ ਅੱਜ ਹਵਾ ਦੀ ਸਿਚੁਏਸ਼ਨ ਦੇਖ ਕੇ ਦੀਵਾਲੀ ਤੋਂ ਅਗਲੇ ਦਿਨ ਦੋ ਪਟਾਕਿਆਂ ਦੇ ਨਾਲ ਮੱਤ ਮਾਰੀ ਆ। ਇਹ ਐਡਵਾਈਜ਼ ਕੀਤਾ ਗਿਆ ਕਿ ਜੇ ਨਹੀਂ ਲੋੜ ਘਰਾਂ ਤੋਂ ਬਾਹਰ ਨਿਕਲਣ ਦੀ ਤਾਂ ਨਾ ਨਿਕਲੋ, ਹਨਾ ਜੀ। ਏਦਾਂ ਹੀ ਜਾਣੀ ਕਿ ਦਿੱਲੀ ਦੇ ਵਿੱਚ ਵੀ ਬੁਰਾ ਹਾਲ ਹੋਇਆ, ਦਿੱਲੀ ਦੇ ਵਿੱਚ ਵੀ ਹਵਾ ਦਾ ਜਿਹੜਾ ਬੁਰਾ ਹਾਲ ਹੋਇਆ ਪਟਾਖੇਬਾਜ਼ੀ ਕਰਕੇ ਕਹਿ ਲਓ ਜਾਂ ਵੱਢਾਂ ਨੂੰ ਅੱਗ ਲੱਗਦੀ ਉੱਥੇ ਵੀ ਆਸ-ਪਾਸ ਦੇ ਵਿੱਚ। ਤੇ ਇਹ ਹਵਾ ਤੇ ਹੁਣ ਸਾਰੇ ਪਾਸੇ ਟਰੈਵਲ ਕਰਦੀ ਆ ਨਾ, ਜਿੱਦਾਂ ਦੀ ਵੀ ਹੋਵੇ। ਪਰ ਕੁੱਲ ਮਿਲਾ ਕੇ ਜਾਣੀ ਕਿ ਪੰਜਾਬ ਦੇ ਵਿੱਚ ਅੱਜ ਸਿਚੁਏਸ਼ਨ ਇਹ ਅਜੀਬੋ ਗਰੀਬ ਆ ਵੀ ਹੈਲਥ ਡਿਪਾਰਟਮੈਂਟ ਨੂੰ ਲੋਕਾਂ ਨੂੰ ਕਹਿਣਾ ਪੈ ਗਿਆ ਵੀ ਹਵਾ ਬਾਹਰ ਖਰਾਬ ਹੋ ਗਈ ਆ ਤੇ ਜੇ ਨਹੀਂ ਘਰੋਂ ਬਾਹਰ ਨਿਕਲਣ ਦੀ ਲੋੜ ਤੇ ਨਾ ਨਿਕਲੋ। ਜੌਲ ਸਾਹਿਬ, ਦੀਵਾਲੀ ਤਾਂ ਮੁੱਕ ਗਈ ਹੈ ਜੀ, ਪਰੰਤੂ ਇਸ ਮਹੀਨੇ ਦੇ ਵਿੱਚ ਕਾਫੀ ਹੋਰ ਇੰਪੋਰਟੈਂਟ ਇਵੈਂਟਸ ਵੀ ਨੇ। ਯੈਸ ਅਰਸ਼, ਦੇਖੋ ਵੀ ਇਹ ਨਵੰਬਰ ਮਹੀਨਾ ਬੜਾ ਆਪਣੇ ਆਪ ਦੇ ਵਿੱਚ ਕਹਿ ਲਓ ਵੀ ਕਈ ਤਰ੍ਹਾਂ ਦੇ ਈਵੈਂਟਸ ਆ ਜਿਹੜਾ ਉਹ ਲੈ ਕੇ ਚੜਿਆ ਹੋਇਆ, ਖਾਸ ਤੌਰ ਤੇ ਇਨ ਰਿਗਾਰਡਸ ਟੂ ਕੈਨੇਡਾ ਜੀ। ਕੈਨੇਡਾ ਦੇ ਵਿੱਚ ਇਹ ਦੇਖਣ ਨੂੰ ਮਿਲ ਰਿਹਾ ਜੀ ਕਿ ਦੇਖੋ ਆਪਾਂ ਦੀਵਾਲੀ ਜਿਹੜੀ ਆ ਉਹ ਕੱਲ ਮਨਾ ਲਈ ਆ, ਕੱਲ ਮਨਾ ਕੇ ਹਟੇ ਨੇ ਲੋਕ, ਹਨਾ। ਹੁਣ ਸਵੇਰੇ ਉੱਠ ਰਹੇ ਹੋਣਗੇ ਤੇ ਲੇਕਿਨ ਇਹਦੇ ਨਾਲ ਹੀ ਇਹ ਹੈ ਜੀ ਵੀ ਅੱਜ ਹੁਣ ਆਪਾਂ ਕਹਿ ਰਹੇ ਵੀ ਵਿਸ਼ਕਰਮਾ ਡੇ ਆ, ਕਿਤੇ ਸੰਧਰਾਜ ਵੀ ਕਿਹਾ ਜਾਂਦਾ ਵੀ ਜਿਹੜੇ ਮਿਸਤਰੀ ਜਾਂ ਸਾਰੇ ਉਹ ਭਾਈਚਾਰੇ ਵੀ ਅੱਜ ਦੇ ਦਿਨ ਆਰਾਮ ਕਰਦੇ ਨੇ। ਇਹਦੇ ਨਾਲ ਹੀ ਲੇਕਿਨ ਕਿ ਹੁਣ ਦੀਵਾਲੀ ਇੱਥੇ ਕੈਨੇਡਾ ਦੇ ਵਿੱਚ ਵੀ ਆਪਣੇ ਲੰਘਣ ਤੋਂ ਬਾਅਦ 11 ਨਵੰਬਰ ਵੱਲ ਨੂੰ ਰੁਝਾਨ ਸ਼ੁਰੂ ਹੋ ਗਿਆ, ਜਦੋਂ ਕਿ ਰਿਮੈਂਬਰੈਂਸ ਡੇ ਆਉਣਾ। ਤੇ ਉਹ ਰਿਮੈਂਬਰੈਂਸ ਡੇ ਕਾਫੀ ਵੱਡਾ ਦਿਨ ਹੁੰਦਾ ਕੈਨੇਡਾ ਵਾਸਤੇ, ਜਦੋਂ ਕਿ ਜਿਹੜੇ ਫੌਜੀ ਜਵਾਨ ਨੇ ਸਾਡੇ, ਜਿਨ੍ਹਾਂ ਨੇ ਸ਼ਹਾਦਤਾਂ ਪਾਈਆਂ ਵੱਖ-ਵੱਖ ਸਮਿਆਂ ਤੇ, ਕੁਰਬਾਨੀਆਂ ਕੀਤੀਆਂ, ਉਹਨਾਂ ਨੂੰ ਯਾਦ ਕੀਤਾ ਜਾਂਦਾ। ਤੇ ਆਪਾਂ ਜਿਹੜਾ ਪੋਪੀ ਫਲਾਵਰ ਆ ਕਲਰਾਂ ਤੇ ਉਹ ਟੰਗ ਕੇ ਇੰਨੀ ਦਿਨੀ ਚੱਲ ਰਹੇ ਆ। ਤੇ ਬਰੈਂਪਟਨ ਦੇ ਵਿੱਚ ਵੀ ਇਸ ਸਿਲਸਿਲੇ ਦੇ ਵਿੱਚ ਤਿਆਰੀਆਂ ਨੇ ਜੀ ਵੀ ਖਾਸ ਤੌਰ ਤੇ ਜਿਹੜੇ ਵੈਟਰਨਸ ਹੋਣਗੇ ਵੀ ਉਹ ਬੱਸਾਂ ਵਿੱਚ ਮੁਫਤ ਸਫ਼ਰ ਕਰ ਸਕਣਗੇ, ਆਪਾਂ ਦੱਸਿਆ ਹੋਇਆ। ਇੱਦਾਂ ਹੀ ਫਿਰ ਅਜੇ 12 ਨਵੰਬਰ ਨੂੰ ਜਿਹੜੇ ਦੁਨੀਆ ਦੇ ਲਗਭਗ 200 ਦੇਸ਼ ਇਕੱਠੇ ਹੋਏ ਆ ਇੰਗਲੈਂਡ ਦੇ ਵਿੱਚ,
ਤੇ ਉੱਥੇ ਯੂਨਾਈਟਿਡ ਨੇਸ਼ਨਸ ਦੇ ਸੱਦੇ ਤੇ ਜਿਹੜਾ ਨਾ ਵੀ ਕਲਾਈਮੇਟ ਚੇਂਜ ਕਾਨਫਰੰਸ ਹੋ ਰਹੀ ਆ, ਉਹ 12 ਦਿਨ ਲਗਾਤਾਰ ਜਿਹੜੀ ਹੈ ਉਹ 12 ਨਵੰਬਰ ਨੂੰ ਖਤਮ ਹੋ ਜਾਣੀ ਆ। ਸੋ ਉਹਦੇ ਵਿੱਚ ਕੀ ਸਿੱਟੇ ਉਹ 12 ਤਰੀਕ ਨੂੰ ਕੱਢਦੇ ਨੇ ਆਪਾਂ ਦੇਖਾਂਗੇ। ਇਹਦੇ ਨਾਲ ਹੀ ਲੇਕਿਨ ਕਿ ਇੰਪੋਰਟੈਂਟ ਇੱਥੇ ਕੈਨੇਡਾ ਵਾਸਤੇ ਦਿਨ ਇਹ ਵੀ ਆ ਕਿ 20 ਸਤੰਬਰ ਨੂੰ ਜਿਹੜੀ ਹੋਈ ਸੀ ਇਲੈਕਸ਼ਨ, ਉਹਦੇ ਵਿੱਚ ਜਿਹੜੇ 338 MP ਚੁਣੇ ਗਏ ਸੀਗੇ ਤੇ 26 ਤਰੀਕ ਨੂੰ ਸਰਕਾਰ ਵੀ ਬਣ ਗਈ, ਕੈਬਨਿਟ ਵੀ ਬਣ ਗਈ। ਹੁਣ ਲੇਕਿਨ ਕਿ 22 ਨਵੰਬਰ ਨੂੰ ਫਿਰ ਜਿਹੜਾ ਪਹਿਲਾਂ ਇਹ ਨਵੀਂ ਚੁਣੀ ਹੋਈ 44ਵੇਂ ਪਾਰਲੀਮੈਂਟ ਦਾ ਸੈਸ਼ਨ ਹੈ, ਇਹ ਉਸ ਦਿਨ ਸ਼ੁਰੂ ਹੋਣਾ 22 ਨਵੰਬਰ ਨੂੰ। ਤੇ ਉਸ ਦੀ ਉਡੀਕ ਜਿਹੜੀ ਉਹ ਕੀਤੀ ਜਾ ਰਹੀ ਹੈ। ਸੋ ਕੁੱਲ ਮਿਲਾ ਕੇ ਇਹ ਹੈ ਜੀ ਵੀ ਨਵੰਬਰ ਮਹੀਨੇ ਦੇ ਵਿੱਚ ਕਾਫੀ ਦੇਸ਼ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਕੁਝ ਹੋ ਰਹੀਆਂ ਨੇ। ਇਸ ਦੇ ਨਾਲ ਹੀ ਲੇਕਿਨ ਕਿ ਅੱਜ ਰਾਤ ਨੂੰ ਆਪਾਂ ਦੱਸਿਆ ਹੋਇਆ ਵੀ 7 ਨਵੰਬਰ ਹੈ ਜਿਹੜੀ ਜੀ ਵੀ ਸਮਾਂ ਬਦਲਿਆ ਹੋਇਆ ਹੋਣਾ, ਹਨਾ। 7 ਨਵੰਬਰ ਨੂੰ ਸਮਾਂ ਬਦਲਣਾ, ਉਹਦੀ ਗੱਲ ਆਪਾਂ ਕਰ ਚੁੱਕੇ ਹਾਂ। ਤੇ 11 ਨਵੰਬਰ ਜਿਹੜੀ ਉਹ ਰਿਮੈਂਬਰੈਂਸ ਡੇ ਹੋਏਗਾ ਤੇ 22 ਨਵੰਬਰ ਫਿਰ ਅੱਗੇ ਚੱਲ ਕੇ ਜਿਹੜਾ ਸੰਸਦ ਦਾ ਪਹਿਲਾ ਸੈਸ਼ਨ ਆ ਉਹ ਸ਼ੁਰੂ ਹੋਣਾ ਜੀ। ਕੁਇਕਲੀ ਜੌਲ ਸਾਹਿਬ, ਅੱਜ ਟਰੂਡੋ ਸਾਹਿਬ ਫਲੂ ਸ਼ਾਟ ਲਾ ਰਹੇ ਨੇ ਜੀ, ਸੋ ਇਹ ਐਗਜ਼ਾਮਪਲ ਸੈੱਟ ਕਰ ਰਹੇ ਨੇ ਜੀ। ਯੈਸ, ਦੇਖੋ ਕੋਵਿਡ ਦੇ ਵੀ ਲਵਾ ਕੇ MP ਸਾਹਿਬਾਨਾਂ ਨੇ ਤੇ ਜਸਟਿਨ ਟਰੂਡੋ ਪ੍ਰਾਈਮ ਮਿਨਿਸਟਰ, ਬਾਕੀ ਆਪੋਜੀਸ਼ਨ ਦੇ ਲੀਡਰ ਸਾਹਿਬਾਨ ਵੀ, ਉਹਨਾਂ ਨੇ ਵੀ ਐਗਜ਼ਾਮਪਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਭਾਵੇਂ ਕਿ ਜਿਹੜੀ ਕੰਜ਼ਰਵੇਟਿਵ ਪਾਰਟੀ ਥੋੜ੍ਹੇ ਜਿਹਾ ਬਾਅਦ ਦੇ ਵਿੱਚ ਉਹ ਮਤਲਬ ਡਗਮਗਾਏ ਵੀ ਨੇ, ਜਿਹਦੇ ਕਰਕੇ ਉਹਨਾਂ ਨੂੰ ਪ੍ਰਾਈਸ ਸ਼ਾਇਦ ਪੇ ਕਰਨੀ ਪਈ ਇਲੈਕਸ਼ਨ ਦੇ ਵਿੱਚ। ਪਰ ਕਿਉਂਕਿ ਹੁਣ ਕੋਵਿਡ ਦੇ ਵਿੱਚ ਕਿਤੇ ਫਲੂ ਜਿਹੜਾ ਸੀਜ਼ਨਲ ਹੁੰਦਾ ਸੀਗਾ ਉਹ ਲੁੱਕ ਕੇ ਰਹਿ ਗਿਆ, ਕਿਉਂਕਿ ਸਿੰਪਟਮ ਇੱਕੋ ਜਿਹਾ ਹੀ ਆ ਤੇ ਸਾਰਾ ਕੁਝ ਜਿਹੜਾ ਕਈ ਵਾਰੀ ਕੋਵਿਡ ਦੇ ਖਾਤੇ ਹੀ ਪਈ ਜਾਂਦਾ। ਹੁਣ ਕੋਵਿਡ ਦਾ ਪ੍ਰਭਾਵ ਵੈਕਸੀਨ ਕਰਕੇ ਘਟਣ ਤੋਂ ਬਾਅਦ ਸਮਝਿਆ ਜਾਂਦਾ ਵੀ ਹੋ ਸਕਦਾ ਫਲੂ ਜਿਹੜਾ ਜੀ ਇੱਕ ਵਾਰੀ ਆਵੇ, ਤੇ ਉਹਦੇ ਲਈ ਜਿਹੜੇ ਫਲੂ ਸ਼ਾਟਸ ਨੇ ਗਵਰਨਮੈਂਟ ਨੇ ਉਹ ਵੀ ਪ੍ਰੋਵਿੰਸ਼ੀਅਲ ਲੈਵਲ ਤੇ ਆਰਡਰ ਕੀਤੇ ਹੋਏ ਆ ਜੀ। ਓਨਟਾਰੀਓ ਦੇ ਵਿੱਚ ਵੀ 2 ਮਿਲੀਅਨ ਦੇ ਕਰੀਬ। ਲੇਕਿਨ ਜਸਟਿਨ ਟਰੂਡੋ ਅੱਜ ਆਟਵਾ ਦੇ ਵਿੱਚ ਇਸ ਸਮੇਂ ਆਪਣਾ ਜਿਹੜਾ ਫਲੂ ਸ਼ਾਟ ਆ ਸੀਜ਼ਨਲ ਉਹ ਲਗਵਾ ਰਹੇ ਆ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਆਓ ਫਿਰ ਤੁਹਾਡੇ ਇੱਕ ਹਾਸੇ ਵਾਲੀ ਗੱਲ ਸਾਂਝੀ ਕਰਦੇ ਆ। ਆਈ ਅੰਡਰਸਟੈਂਡ ਕਿ ਤੇਲ ਦੇ ਪ੍ਰਾਈਸਿਸ ਵੀ ਵੱਧ ਚੁੱਕੇ ਨੇ, ਪਰੰਤੂ ਜਦੋਂ ਉਸ ਗੈਸ ਸਟੇਸ਼ਨ ਦਾ ਕਰਤਾ ਧਰਤਾ ਆਪ ਜਿਹੜਾ ਸੰਭਾਲਦਾ ਉਸ ਜਿਸਨੂੰ ਅਸੀਂ ਮੈਨੇਜਰ ਕਹਿੰਦੇ ਆ, ਉਹ ਜਦੋਂ ਫੜਿਆ ਜਾਂਦਾ ਨਾ ਤੇਲ ਕਾਟ ਕੀ, ਸੋ ਇਟਸ ਵੈਰੀ ਹਾਸੇ ਵਾਲੀ ਵੀ ਗੱਲ ਹੈ ਕਿ ਇੱਕ ਗੈਸ ਸਟੇਸ਼ਨ ਮੈਨੇਜਰ ਕਾਟ ਸਟੀਲਿੰਗ ਇਨ ਕੈਲੇਡਨ। ਪਰ ਬੜੀ ਕਮਾਲ ਦੀ ਗੱਲ ਆ ਵੀ ਦੇਖੋ, ਆਪਾਂ ਸਦਾ ਕਹਿੰਦੇ ਵੀ ਕੈਨੇਡਾ ਦੀ ਭੱਲ ਨਹੀਂ ਪਚੀ। ਹੁਣ ਇਹ ਤੇ ਗੱਲ ਹੋ ਗਈ ਵੀ ਕੈਨੇਡਾ ਦੀ ਜਿਹੜੀ ਭੱਲ ਆ ਉਹ ਮੈਨੇਜਰ ਨੂੰ ਨਹੀਂ ਪਚੀ। ਮਤਲਬ ਇਹਦੇ ਇਹ ਨਹੀਂ ਵੀ ਕੈਨੇਡੀਅਨ ਜੰਪਲ ਸੀ ਕਿ ਨਹੀਂ, ਇਹ ਨਹੀਂ ਪਤਾ। ਜੰਪਲ ਨੂੰ ਵੀ ਭੱਲ ਪਚਣੀ ਚਾਹੀਦੀ ਕੈਨੇਡਾ ਦੀ, ਬਾਹਰੋਂ ਆਇਆਂ ਨੂੰ ਤੇ ਪਚਣੀ ਚਾਹੀਦੀ, ਕਿਉਂਕਿ ਬਾਹਰੋਂ ਉੱਜੜ ਕੇ ਆ ਰਹੇ ਆ ਲੋਕ, ਭੱਲ ਕਿਉਂ ਨਾ ਪਚੇ ਜੀ। ਅੱਛਾ, ਤੇ ਹੁਣ ਇਹ ਪੈਸੇ ਸੰਤ ਸਿੰਘ ਮਸਕੀਨ ਵੀ ਕਹਿ ਗਏ ਆ ਜੀ ਵੀ ਗੱਲ ਮੌਕਾ ਮਿਲਦੀ ਆ, ਘੱਟ ਕੋਈ ਨਹੀਂ ਕਰਦਾ ਜਾਂ ਕਰਦੀ ਆਪਣੇ ਵੱਲੋਂ, ਮੌਕਾ ਮਿਲਦੀ ਆ। ਹੁਣ ਇਹਨੂੰ ਭਾਈ ਸਾਹਿਬ ਨੂੰ ਜਿੰਨਾ ਕੁ ਮੌਕਾ ਮਿਲਿਆ, ਇਹਦਾ ਨਾਂ ਪੁਲਿਸ ਨੇ ਵੈਸੇ ਨੀਸ਼ਾ ਦੱਸਿਆ, ਪੂਰਾ ਨਾਂ ਨਹੀਂ ਰਿਲੀਜ਼ ਕੀਤਾ। ਅੱਛਾ, ਇਹ ਹਾਈਵੇ 50 ਦੇ ਨੇੜੇ ਹੈਗਾ ਪੈਟਰੋਲ ਪੰਪ ਕੈਲੇਡਨ ਦੇ ਵਿੱਚ, ਜਿੱਥੇ ਕਿ ਹੌਲੀ ਹੌਲੀ ਜਾਣੀ ਕਿ ਕਰਦਿਆਂ ਕਰਾਉਂਦਿਆਂ ਚੋਰੀ ਛਿਪੇ $2 ਲੱਖ ਦਾ ਸਮਾਨ ਵਗੈਰਾ ਉੱਥੋਂ ਜੋ ਹਨਾ ਬੱਲੇ ਹਨਾ ਕੈਸ਼ ਚੋਰੀ ਕਰਨਾ ਤੇ ਸਮਾਨ ਉਸੇ ਹੀ ਗੈਸ ਸਟੇਸ਼ਨ ਦਾ ਚੋਰੀ ਕਰਨਾ ਜਿੱਥੋਂ ਦਾ ਮੈਨੇਜਰ ਆ ਭਾਈ ਸਾਹਿਬ। ਇਹਨੂੰ ਹੁਣ ਅਰੈਸਟ ਜਿਹੜਾ ਜੀ ਕੋਈ ਪਰਸੋਂ ਪੁਲਿਸ ਨੇ ਕੀਤਾ ਸੀਗਾ। ਤੇ ਤੁਹਾਨੂੰ ਪਤਾ ਵੀ ਕੈਲੇਡਨ ਚ ਜਿਹੜੇ ਕ੍ਰਿਮੀਨਲ ਸਸਪੈਕਟਸ ਕਾਬੂ ਆਉਂਦੇ ਉਹਨਾਂ ਦੀ ਕੋਰਟ ਜਿਹੜੀ ਆ ਔਰੰਜਵਿਲ ਕਚਹਿਰੀ ਦੇ ਮੇਲੇ ਚ ਹੋਣੇ ਵਾਧਾ ਕਰਦਾ ਰਹੂ, ਪਰ ਸੀਗਾ ਮੈਨੇਜਰ ਜਾਣੀ ਕਿ ਆਪਣੇ ਚੋਂ। ਲਓ ਜੀ, ਫਿਰ ਆਈ ਅੰਡਰਸਟੈਂਡ ਗੈਸ ਇਜ਼ ਐਕਸਪੈਂਸਿਵ, ਪਰ ਪਰੰਤੂ ਯਾਰ ਇੰਨਾ ਵੀ ਨਾ ਡਿੱਗੋ। ਆਲਰਾਈਟ, 4168953784 4168953784 ਇਹ ਜੌਲ ਸਾਹਿਬ ਦਾ ਨੰਬਰ ਹੈ। ਐਨੀ ਟਾਈਮ ਸਾਡੇ ਤੋਂ ਵੀ ਤੁਸੀਂ ਲੈ ਸਕਦੇ ਹੋ। ਇਹਨਾਂ ਦੇ WhatsApp ਗਰੁੱਪ ਜੁਆਇਨ ਕਰ ਸਕਦੇ ਹੋ, ਜੋ ਐਵਰੀ ਨਾਓ ਐਂਡ ਦੈਨ ਜਦੋਂ ਵੀ ਕੋਈ ਅਹਿਮ ਖਬਰ ਆਉਂਦੀ ਹੈ ਜਾਂ ਖਬਰਾਂ ਸਵੇਰੇ ਸਾਂਝੇ ਕਰਦੇ ਨੇ, ਜੌਲ ਸਾਹਿਬ ਤੁਹਾਡੇ ਹੱਥਾਂ ਦੇ ਮੋਬਾਈਲ ਤੇ ਰਾਈਟ ਵੇ ਪਹੁੰਚ ਜਾਂਦੇ ਨੇ। ਸੋ ਤੁਸੀਂ ਜੌਲ ਸਾਹਿਬ ਨਾਲ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ 4168953784। ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਬਹੁਤ ਥੈਂਕ ਯੂ ਸੋ ਮਚ। ਇਹ ਸਤਪਾਲ ਸਿੰਘ ਜੌਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।